ये गल आ गई गुरु ग्रंथ साहब दी। सर्वशक्तिमान हो तुसी, कमले हो, भोले हो, जो तुसी यही गल कर ली है, तुसी वड्डे गुरु दे दर ते आ रहे हो ते वड्डे गुरु नूं गुरु मनो, छोटे नूं क्यों मनदे हो? वड्डे नूं मनो, छोटे नूं मन के तुहानूं की मिलना? छोटे नूं तां अपने आप अपनी अरदास नहीं करनी हो। एज ए प्रेमी होने के नाते भी उन्हें की ते वो मन गया कि गुरु ग्रंथ साहब ही सब तो वड्डा गुरु है, साडे गुरु दे कोल पावर नहीं। जे प्रचार हुण भी शुरू कर दो, अजे भी कुछ नहीं बिगड़िया, अजे भी तुसीं दुनिया फतेह कर लो। जे गोरे बन सकते ने सिख, काले बन सकते ने सिख। तुसी सुन रहे हो चावला न्यूज़ नेटवर्क टोरंटो, CNN टोरंटो। मेरे नाल इस वक्त हाजिर ने सरदार जसवीर सिंह जी पट्टी। पट्टी साहब, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह जी। पट्टी साहब की हाल चाल है? बिल्कुल ठीक है जी, बाबे की फुल कृपा। बाबे की कृपा चाहिए। नवजोत सिद्धू ने भी किसानां दी याद जिहड़ी है वो ताज़ा कर ली। एक बारी गया सी खंडा साहब पा के, उदों भड़थू पै गया, भड़ के अपने घर ते लहराउणगे जनाब काला झंडा। की कहना चाहोगे? सिद्धू साहब नूं किसानां दी याद ते आई तो बड़ी देर बाद आई। 26 तरीक नूं पूरे 6 महीने हो रहे किसानां नूं, मतलब अद्धा साल पूरा हो रहा वा। 26 मई नूं जिहड़ा उन्हां मोर्चा लाया उत्ते 26 नवंबर शुरू कीता सी। ਉਹਨੂੰ ਲੈ ਕੇ ਜਿਹੜਾ ਕਾਲਾ ਦਿਵਸ ਮਨਾਇਆ ਜਾ ਰਿਹਾ, ਉਹਦੇ ਵਿੱਚ ਜਿਹੜਾ ਵਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ 25 ਤਰੀਕ ਨੂੰ 9:30 ਵਜੇ ਸਵੇਰੇ ਆਪਣੇ ਦੋਵਾਂ ਘਰਾਂ ਤੇ, ਪਟਿਆਲੇ ਵਾਲੇ ਤੇ ਅੰਮ੍ਰਿਤਸਰ ਦੇ ਉੱਤੇ ਕਾਲਾ ਝੰਡਾ ਲਹਿਰਾਵਾਂਗਾ ਤੇ ਇਹ ਉਦੋਂ ਤੱਕ ਲਹਿਰ ਦਾ ਝੰਡਾ ਜਿਹੜਾ ਲੱਗਾ ਰਹੇਗਾ ਜਦੋਂ ਤੱਕ ਕਿਸਾਨਾਂ ਦੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ। ਉਹਨਾਂ ਪੰਜਾਬ ਦੇ ਵਾਸੀਆਂ ਨੂੰ ਵੀ, ਉਹ ਸਾਰੇ ਕਿਸਾਨਾਂ ਨੂੰ ਵੀ, ਦੇਸ਼ ਦੇ ਕਿਸਾਨਾਂ ਨੂੰ ਵੀ ਕਿਹਾ ਵੀ ਸਾਰੇ ਆਪੋ ਆਪਣੇ ਘਰਾਂ ਦੇ ਕਾਲੇ ਝੰਡੇ ਲਹਿਰਾਓ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਵੀ ਲੋਕਾਂ 'ਚ ਰੋਸ ਕਿੰਨਾ ਹੈ। ਅਸੀਂ ਕਹਿੰਦੇ ਵੀ ਸਿੱਧੂ ਸਾਹਿਬ ਤੁਸੀਂ ਚੰਗਾ ਕੀਤਾ, ਚੰਗੀ ਗੱਲ ਸੀ ਇਹ ਕਾਰਵਾਈ ਤੁਸੀਂ ਪਹਿਲਾਂ ਸ਼ੁਰੂ ਕਰ ਦਿੰਦੇ ਹੋ, ਅੱਜ ਤੇ ਸ਼ੁਰੂ ਕੀਤੀ ਤੇ ਵੈਲਕਮ ਤੁਹਾਨੂੰ। ਲੇਕਿਨ ਆਮ ਲੋਕਾਂ ਦੇ ਵਿੱਚ ਇਹ ਚਰਚਾ ਪਾ ਰਹੀ ਬੀਬੀਆਂ ਜਿਹੜੀਆਂ ਵਾ ਉਹ ਬਕਾਇਦਾ ਤੌਰ ਤੇ ਝੰਡੇ ਸਿਉਰੀਆਂ ਪਿੰਡਾਂ ਦੇ ਵਿੱਚ ਇਕੱਠੀਆਂ ਹੋ ਕੇ ਮਸ਼ੀਨਾਂ ਲਾਈਆਂ ਨੇ, ਝੰਡੇ ਸਿਉਰੀਆਂ ਵੀ ਝੰਡੇ ਫ੍ਰੀ ਵੰਡਾਂਗੇ ਜਾ ਕੇ ਉੱਥੇ ਵੀ ਕਾਲੇ ਝੰਡੇ ਲਾਓ, ਆਪ ਆਪਣੇ ਘਰਾਂ 'ਚ ਲਾਓ, ਆਪਣੀਆਂ ਗੱਡੀਆਂ 'ਚ ਲਾਓ, ਆਪਣੇ ਟਰੈਕਟਰਾਂ 'ਚ ਲਾਓ, ਜਿੱਥੇ ਤੁਸੀਂ ਬੈਠੇ ਹੋ ਆਪਣੇ ਕਾਰੋਬਾਰ ਜਿੱਥੇ ਬੈਠੇ ਤੁਸੀਂ ਉਹ ਝੰਡੇ ਲਾਓ ਆਪਣੇ। ਤੇ ਇਹ ਰੋਸ ਜਿਸ ਤਰੀਕੇ ਦਾ ਵੱਧ ਰਿਹਾ ਵਾ, ਲੇਕਿਨ ਹਾਲ ਦੀ ਘੜੀ ਸਰਕਾਰ ਦੇ ਕੰਨ ਤੇ ਜੋਰ ਨਹੀਂ ਸਰਕੀ, ਕਿਉਂਕਿ ਜੇ ਖੇਤੀਬਾੜੀ ਮੰਤਰੀ ਤੋਮਰ ਦੇ ਆਪਣੇ ਹਲਕੇ 'ਚ ਲੋਕਾਂ ਨੇ ਘੇਰ ਕੇ ਉਹਦਾ ਪਿੱਟ ਛਾਪਾ ਕੀਤਾ ਸੀਗਾ ਤੇ ਫਿਰ ਇੰਨੀ ਗੱਲ ਕਹਿਤੀ ਸੀ ਵੀ ਅਸੀਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਾਂ। ਡੇਟ ਨਹੀਂ ਦਿੱਤੀ। ਜਿਹੜੀ ਹੁਣ ਇੱਕ ਚਿੱਠੀ ਲਿਖੀ ਆ ਉਹਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਸਹਿਮਤ ਨਹੀਂ। ਉਹਦੇ ਵਿੱਚ ਮੈਂ ਇੱਕ ਜਿਹੜਾ ਹੈਗਾ ਵਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਯੂਥ ਨੇ, ਜਦੋਂ ਉਹਨੇ ਇੱਕ ਇੰਟਰਵਿਊ 'ਚ ਆਪਣੀ ਗੱਲ ਕਹੀ ਵੀ ਸਾਨੂੰ ਕੋਈ ਜਾਣਕਾਰੀ ਚਿੱਠੀ ਲਿਖੀ ਗਈ। ਇਹ ਤਾਲਮੇਲ ਕਮੇਟੀ ਬਣੀ ਜਿਹੜੀ 8-9 ਮੈਂਬਰੀ, ਇਹਨੇ ਚਿੱਠੀ ਲਿਖੀ ਆ, ਉਹ ਸਿਰਫ ਸਾਡੀ ਆਵਾਜ਼ ਬੁਲੰਦ ਕਰਨ ਵਾਸਤੇ ਸਾਡੇ ਨਾਲ ਸਲਾਹ ਮਸ਼ਵਰਾ ਕਰਕੇ ਆ, ਲੇਕਿਨ ਸਾਡੇ ਨਾਲ ਕੋਈ ਮਸ਼ਵਰਾ ਨਹੀਂ ਕੀਤਾ। ਜੇ ਲਿਖੀ ਹੈ ਕਿ ਇਹ ਉਹਨਾਂ ਨੂੰ ਪਤਾ ਹੋਵੇ। ਉਹਦੇ ਉੱਤੇ ਭਾਜਪਾ ਨੇ ਟਿੱਪਣੀ ਕੀਤੀ ਸੀ ਵੀ ਇਹ ਤੇ ਆਪ ਇਕੱਠੇ ਨਹੀਂ ਹੈਗੇ। ਉਹਦੇ ਤੇ ਫਿਰ ਸੰਯੁਕਤ ਕਿਸਾਨ ਮੋਰਚੇ ਨੇ ਆਪਣਾ ਦਿੱਤਾ ਸੀ, ਸਪਸ਼ਟੀਕਰਨ ਦਿੱਤਾ ਸੀ ਸਾਡੀ ਅਗਲੇ ਦਿਨ ਮੀਟਿੰਗ ਹੋ ਰਹੀ ਸੀ, ਉਹ ਸਾਡਾ ਅੰਦਰੂਨੀ ਮਾਮਲਾ ਹੈ। ਜਾਂ ਤੇ ਚਿੱਠੀ ਦਾ ਕਿਸੇ ਨੇ ਵਿਰੋਧ ਕੀਤਾ ਫਿਰ ਤੁਸੀਂ ਕਰੋ, ਜਦੋਂ ਵਿਰੋਧ ਨਹੀਂ ਕੀਤਾ ਬਾਕੀ ਸਾਡਾ ਅੰਦਰੂਨੀ ਮਾਮਲਾ, ਤੁਸੀਂ ਚਿੱਠੀ ਬਾਰੇ ਸੋਚੋ ਕੀ ਕਰਨਾ ਕੀ ਨਹੀਂ ਕਰਨਾ। ਲੇਕਿਨ ਅਜੇ ਤੱਕ ਜਿਹੜਾ ਉਹ ਚਿੱਠੀ ਬਾਰੇ ਕਿਸੇ ਕਿਸਮ ਦਾ ਕੋਈ ਲੈਟਰ, ਕੋਈ ਗੱਲ, ਕੋਈ ਬਾਤ ਸ਼ੁਰੂ ਨਹੀਂ ਹੋਈ। ਵੈਸੇ ਚਾਵਲਾ ਸਾਹਿਬ ਅੱਗੇ ਵੀ ਗੱਲ ਕਰਦੇ ਸੀਗੀ, ਗੈਰ ਰਸਮੀ ਗੱਲਬਾਤ ਇਹਨਾਂ ਦੀ ਸਰਕਾਰ ਨਾਲ ਚੱਲਦੀ ਰਹਿੰਦੀ ਹੈ। ਗੈਰ ਰਸਮੀ ਕਿਹੜੇ ਬੰਦੇ ਹੁੰਦੇ ਆ? ਜਿਹੜੇ ਦੋਵਾਂ ਦੇ ਸਾਂਝੀ ਨਿਯਮ ਹੁੰਦੇ, ਇੱਧਰ ਦੀ ਗੱਲ ਉੱਧਰ ਜੋ ਉੱਧਰ ਜਾ ਕੇ ਤਾਂ ਦੱਸਦੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤੇ ਹੁਣ ਚੰਗੀ ਗੱਲ ਇਹ ਆ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਜੇ ਤੇ ਬੀਜੇਪੀ ਦੀ ਆਪਣੀ ਸ਼ਾਖ ਬਚਾਉਣੀ ਆ ਤੇ ਫਿਰ ਤੇ ਕਿਸਾਨਾਂ ਦੀ ਗੱਲ ਸੁਣਨੀ ਪਊ, ਜੇ ਨਹੀਂ ਬਚਾਉਣੀ ਤੇ ਫਿਰ ਆਪਣੀ ਬਰਬਾਦੀ ਦਾ ਜਿਹੜਾ ਵਾ ਉਹ ਪ੍ਰਬੰਧ ਕਰ ਲਈ ਵੀ ਆਉਣ ਵਾਲੇ ਸਮੇਂ 'ਚ ਬਰਬਾਦੀ ਹੋਏਗੀ, ਉਹਦੀ ਆਜ਼ਾਦੀ ਨਹੀਂ ਹੋਏਗੀ।
ਸੋ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਹੁਣਾਂ ਦੀ ਸਿੱਖ ਅਜਾਇਬ ਘਰ ਵਿੱਚ ਤਸਵੀਰ ਲਗਾਈ ਜਾਵੇਗੀ। ਮੁੱਖ ਮੰਤਰੀ ਵੱਲੋਂ ਵਿਦਾਂਤੀ ਦੇ ਪਿੰਡ ਤਲਵੰਡੀ ਕਲਾਂ ਦਾ ਸਰਕਾਰੀ ਸਕੂਲ ਦਾ ਨਾਮ ਵਿਦਾਂਤੀ ਦੇ ਨਾਮ ਤੇ ਰੱਖਣ ਦਾ ਐਲਾਨ ਆ ਗਿਆ। ਇਹ ਤੇ ਗੱਲ ਕਰ ਲਈਏ, ਫਿਰ ਅੱਗੇ ਵਧਦੇ ਹਾਂ ਜੀ। ਜਿੱਥੋਂ ਤੱਕ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਦੀ ਗੱਲ ਕੀਤੀ ਹੈ ਜੀ, ਉਹਨਾਂ ਦੀ ਜਿਹੜੀ ਅਜਾਇਬ ਘਰ ਤਸਵੀਰ ਲਾਈ ਜਾਏਗੀ, ਕੋਈ ਨਵਾਂ ਕੰਮ ਨਹੀਂ ਹੈ। ਇਸ ਤੋਂ ਪਹਿਲਾਂ ਉਹਨਾਂ ਸ਼ਰਾਬੀ ਜਿਹੜੇ ਸਾਡੇ ਮਾਨਯੋਗ ਮੈਂਬਰ ਸਾਹਿਬ ਸੀ ਉਹਨਾਂ ਲੱਗ ਜਾਣੀਆਂ ਤੇ ਇਹਨਾਂ ਵਿਦਾਂਤੀ ਸਾਹਿਬ ਲੱਗ ਜੂ ਤੇ ਫਿਰ ਕਿਹੜੀ ਗੱਲ ਆ ਜਾਂਦੀ। ਲੇਕਿਨ ਉਹਨਾਂ ਦੇ ਮੁਕਾਬਲੇ ਇਹਨਾਂ ਦਾ ਸਤਿਕਾਰ ਜ਼ਰੂਰ ਜ਼ਿਆਦਾ ਹੈਗਾ। ਜਥੇਦਾਰ ਵਿਦਾਂਤੀ ਨੇ ਪਹਿਲਾਂ ਸਭ ਤੋਂ ਆਪਣਾ ਉਹਦਾ ਸੰਭਾਲਦਿਆਂ ਇੱਕ ਬਕਾਇਦਾ ਤੌਰ ਤੇ ਪੱਤਰ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ ਕਿ ਜਥੇਦਾਰਾਂ ਦਾ ਕੋਈ ਹਾਲ ਨਹੀਂ ਜੇ, ਇਹਨਾਂ ਦੇ ਵਾਸਤੇ ਵਿਧਾਨ ਸੰਵਿਧਾਨ, ਇਹਨਾਂ ਦੀ ਸੇਵਾ ਮੁਕਤੀ, ਇਹਨਾਂ ਦੀ ਨਿਯੁਕਤੀ, ਇਹਨਾਂ ਦਾ ਸੇਵਾ ਫਲ, ਇਹਨਾਂ ਦੀ ਟੈਨਿਓਰ ਬਾਰੇ ਕੋਈ ਨਾ ਕੋਈ ਸੰਵਿਧਾਨ ਬਣਾਇਆ ਜਾਵੇ। ਲੇਕਿਨ ਅੱਜ 21 ਸਾਲ ਹੋ ਗਿਆ ਉਹਦੇ ਤੇ ਕਿਸੇ ਗੌਰ ਨਹੀਂ ਫਰਮਾਇਆ। ਉਸ ਤੋਂ ਬਾਅਦ ਸਮੇਂ ਤੇ ਇਹ ਪੱਤਰ ਵੀ ਲਿਖਦੇ ਰਹੇ, ਲੇਕਿਨ ਕਿਸੇ ਗੌਰ ਨਹੀਂ ਫਰਮਾਇਆ, ਕਿਉਂਕਿ ਜੇ ਉਹ ਬਣ ਗਿਆ ਤੇ ਮੁੜ ਕੇ ਫਿਰ ਸੁਪਰੀਮੇਸੀ ਜਿਹੜੀ ਆ ਉਹ ਐਸਜੀਪੀਸੀ ਦੀ ਘਟੇਗੀ। ਤੇ ਜਦੋਂ ਤੁਸੀਂ ਇੱਕ ਨਿਰਧਾਰਤ ਕਰਤਾ ਵੀ ਇਹ ਵਿਅਕਤੀ 5 ਸਾਲਾਂ ਤੱਕ ਜਥੇਦਾਰ ਰਹੇਗਾ ਤੇ ਫਿਰ ਲਾਉਣਾ ਮੁਸ਼ਕਲ ਹੋ ਜਾਏਗਾ। ਉਹਨੂੰ ਲਾਓਗੇ ਤੇ ਲੋਕਾਂ ਨੂੰ ਜਵਾਬਦੇਹ ਹੋਗੇ। ਇਸ ਕਰਕੇ ਉਹਨਾਂ ਇਹਦੇ ਬਾਰੇ ਕੁਝ ਵੀ ਨਹੀਂ ਬਣਾਇਆ। ਦੂਸਰੀ ਚੀਜ਼ ਵਿਦਾਂਤੀ ਸਾਹਿਬ ਦੇ ਅਸੀਂ 2007 ਚ ਇਹਨਾਂ ਨੇ ਇਹ ਕੀਤਾ ਤੇ 2003 ਦੇ ਵਿੱਚ ਨਾਲ ਵਿਸ਼ੇ ਕੈਲੰਡਰ ਲਾਗੂ ਕਰ 2005 ਦੇ ਵਿੱਚ ਜਿਹੜਾ ਇੱਕ ਰੌਲਾ ਪਿਆ ਸੀਗਾ ਸੰਤ ਭਿੰਡਰਾਂ ਵਾਲਿਆਂ ਦੀ ਕਿ ਉਹ ਜਿੰਦਾ ਨੇ 2005 ਦੇ ਵਿੱਚ ਦਮਦਮੀ ਟਕਸਾਲ ਨਾਲ ਮਿਲ ਕੇ ਇਹਨਾਂ ਅਕਾਲ ਤਖਤ ਤੋਂ ਜਿਹੜਾ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਸੀ। ਤੇ 2007 ਦੇ ਵਿੱਚ ਇਹਨਾਂ ਨੇ RSS ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਸੀਗਾ, ਜਿੱਥੋਂ ਮੁੜ ਕੇ ਇਹਨਾਂ ਦੀ ਛੁੱਟੀ ਵੀ ਹੋਈ ਸੀ। ਲੇਕਿਨ ਭਾਵੇਂ ਉਹਨਾਂ ਦੀ ਜਿੰਨੀਆਂ ਮਰਜ਼ੀ ਪ੍ਰਾਪਤੀਆਂ ਹੋਣ, ਇੱਕ ਕਲੰਕ ਜਿਹੜਾ ਉਹਨਾਂ ਦੇ ਨਾਲ ਲੱਗਾ ਹੋਊਗਾ ਉਹ ਲੱਗਾ ਰਹਿਣਾ ਗੁਰੂ ਬਿਲਾਸ ਪਾਤਸ਼ਾਹੀ ਸਿੰਘ। ਉਹ ਨਹੀਂ ਹਟਣਾ। ਜਦੋਂ ਇਹਨਾਂ ਦੀ ਗੱਲ ਹੋਊਗੀ ਉਹਦਾ ਚਰਚਾ ਨਾ ਹੋਏਗੀ। ਭਾਵੇਂ ਉਹਨਾਂ ਕਹਿਤਾ ਜੀ ਹਾਂ ਮੇਰੇ ਤੋਂ ਕੁਛ ਗਲਤੀਆਂ ਹੋਈਆਂ, ਚੰਗੀ ਗੱਲ ਮੰਨ ਕੇ ਆਪਣੀਆਂ, ਲੇਕਿਨ ਉਹ ਇੱਕ ਨਾਲ ਲੱਗਾ, ਇੱਕ ਜਿਹੜਾ ਨਾ ਕੋਟਕੂ ਵਿੱਚ ਦਾਲ ਦੇ ਪਿਆ, ਉਹ ਨਾਲ ਤੁਰਿਆ ਰਹਿਣਾ ਉਹਨਾਂ ਨੇ। ਹੁਣ ਬੀਬੀ ਜਗੀਰ ਕੌਰ ਨੇ ਕਹਿਤਾ ਉਹਨਾਂ ਦੀ ਅਸੀਂ ਫੋਟੋ ਲਾਵਾਂਗੇ। ਉਹਨਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਹਿਤਾ ਕਿ ਉਹਨਾਂ ਦਾ ਪਿੰਡ ਲੁਧਿਆਣੇ 'ਚ ਹੈਗਾ ਵਾ ਤਲਵੰਡੀ ਕਲਾਂ। ਉਹਨਾਂ ਦੇ ਪਿੰਡ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਉਹਨਾਂ ਦਾ ਸਕੂਲ ਜਿਹੜਾ ਸਰਕਾਰੀ ਉੱਥੇ ਹੈਗਾ ਉਹ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਦੇ ਨਾਂ ਤੇ ਸਕੂਲ ਹੋਇਆ। ਚਲੋ ਤੁਸੀਂ ਵੀ ਜਿਹੜਾ ਚੰਗਾ ਕੀਤਾ ਜੀ, ਉਹਦਾ ਨਾਂ ਦੀ ਵਡਿਆਈ ਕੀਤੀ ਹੈ। ਉਹ ਉਦੋਂ ਕੀਤੀ ਆ ਜਦੋਂ ਸੰਗਰਾਲਾ ਸਾਹਿਬ ਵਿਖੇ, ਤੁਸੀਂ ਚਾਵਲਾ ਸਾਹਿਬ ਜਾਣਦੇ ਹੋਗੇ ਸੰਗਰਾਲਾ ਸਾਹਿਬ ਕਿੱਥੇ। ਸੰਗਰਾਲਾ ਸਾਹਿਬ ਦੀ ਸੜਕ ਦੇ ਇੱਕ ਪਾਸੇ ਜਿਹੜਾ ਸੀ ਗੁਰੂ ਗੋਬਿੰਦ ਛੇਵੇਂ ਪਾਤਸ਼ਾਹ ਦੇ ਮੁਗਲਾਂ ਦਾ ਯੁੱਧ ਹੋਇਆ ਸੀ, ਉਹ ਸੜਕ ਦੇ ਦੂਜੇ ਪਾਸੇ ਜਿਹੜਾ ਬਾਬਾ ਦੀਪ ਸਿੰਘ ਦਾ ਤੇ ਮੁਗਲਾਂ ਦਾ ਯੁੱਧ ਹੋਇਆ ਸੀ, ਜਿੱਥੇ ਸੀ ਲੱਥੇ ਦੀ ਗੱਲ ਚੱਲਦੀ ਜੀ। ਉੱਥੇ ਬਕਾਇਦਾ ਤੌਰ ਤੇ ਸੰਸਕਾਰ ਕੀਤਾ ਗਿਆ। ਉੱਥੇ ਹੀ ਉਹਨਾਂ ਦਾ ਕੱਲ ਦੁਸਹਿਰਾ ਮਨਾਇਆ ਗਿਆ, ਉਹ ਸ਼ਰਧਾਂਜਲੀ ਭੇਟ ਕੀਤੀ ਗਈ। ਉੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਆਏ, ਲੇਕਿਨ ਕਰੋਨਾ ਕਰਕੇ ਜ਼ਰੂਰ ਥੋੜਾ ਜਿਹਾ ਕੰਮ ਫਿੱਕਾ ਰਿਹਾ। ਆਪ ਹੀ ਉਹਨਾਂ ਕਿਹਾ ਸੀ ਵੀ ਭਾਈ ਕਰੋਨਾ ਵਾ, ਬਹੁਤੇ ਲੋਕ ਤੁਸੀਂ ਨਾ ਆਏ। ਲੇਕਿਨ ਜਿਹੜੀ ਬੀਬੀ ਜਗੀਰ ਕੌਰ ਨੇ ਕੀਤੀ, ਬੀਬੀ ਜਗੀਰ ਕੌਰ ਨੇ ਕਾਫੀ, ਮੈਂ ਸੋਚਦਾ ਵੀ ਜਾਂ ਤੇ ਇਹਨਾਂ ਦਾ ਸ਼ੁਰੂ ਰੇਮ ਸੀਗਾ ਵੀ ਉਦੋਂ ਤੋਂ ਹੀ ਬੀਬੀ ਦਾ ਕਾਫੀ ਸੰਬੰਧ ਚੰਗੇ ਸੀ। ਇਹਨਾਂ ਦੀ ਜੋ ਬੀਬੀ ਪ੍ਰਧਾਨ ਬਣੀ ਸੀ, ਜੋ ਦੂਜੀ ਵਾਰੀ ਪ੍ਰਧਾਨ ਬਣੀ, ਉਦੋਂ ਵੀ ਸੰਬੰਧ ਚੰਗੇ ਰਹੇ ਜੀ। ਉਹਦੀਆਂ ਕੈਸਟਾਂ ਮੈਂ ਕਿਤੇ ਪਲੇ ਲੱਭ ਕੇ ਕਰਨੀ ਸ਼ੁਰੂ ਕਰ ਦੇਵਾਂ, ਤੁਸੀਂ ਕਹੋਗੇ ਉਸ ਵਕਤ ਇੰਨੇ ਤਿੱਖੇ ਤੇ ਇੰਨੇ ਮਤਲਬ ਸੁਹਿਰਤਾ ਦੇ ਨਾਲ ਸਵਾਲ ਪੁੱਛੇ ਜਾਂਦੇ ਸਨ। ਅੱਜ ਨੌਜਵਾਨ ਮੀਡੀਆ ਦੇ ਵਿੱਚ ਬੜੇ ਆਏ ਨੇ, ਜੁਰਤ ਰੱਖਦੇ ਨੇ ਸਵਾਲ ਪੁੱਛਣ ਦੀ। ਪਰ ਇੱਕ ਸਮਾਂ ਸੀ ਇੱਥੇ ਟੋਰਾਂਟੋ ਦੇ ਵਿੱਚ ਮਤਲਬ ਬਹੁਤ ਘੱਟ ਮਤਲਬ ਜਿਹੜਾ ਸੀਗਾ ਓਪਨਲੀ ਕਹਿ ਲਵਾਂ ਮੈਂ ਕਿ ਨਿਰਪੱਖਤਾ ਦੇ ਨਾਲ ਸਵਾਲ ਪੁੱਛੇ ਜਾਂਦੇ ਸਨ। ਹਾਂਜੀ, ਬੋਲ ਬਾਲਾ ਸੀ, ਲੋਕ ਕਹਿੰਦੇ ਸੀ ਸਾਡੇ ਦੋਹਾਂ ਹੱਥਾਂ 'ਚ ਲੱਡੂ ਆ ਜੀ। ਪਰ ਅਸੀਂ ਦੋਵਾਂ ਹੱਥਾਂ 'ਚ ਕਦੇ ਲੱਡੂ ਨਹੀਂ ਰੱਖੇ। ਅਸੀਂ ਚੜ੍ਹਦੇ ਸੂਰਜ ਨੂੰ ਕਦੇ ਸਲਾਮ ਨਹੀਂ ਕੀਤੀ। ਚੜ੍ਹਦੇ ਸੂਰਜ ਦੇ ਵਿੱਚ ਖਾਮੀਆਂ ਜ਼ਰੂਰ ਕੱਢੀਆਂ ਨੇ ਤੇ ਕੱਢਦੇ ਰਵਾਂਗੇ ਜਿੰਨਾ ਚਿਰ ਹੋਰ ਸਾਡੇ ਕੋਲ ਸਮਾਂ ਹੈ, ਜਿੰਨਾ ਚਿਰ ਸਵਾਸ ਚੱਲਦੇ ਨੇ। ਗਵਾਹੀ ਭਰਦੇ ਨੇ ਜਿਹੜੇ ਉਸ ਵਕਤ ਦੇ
ਮੈਂ ਉਸ ਵਕਤ 97 ਦੇ ਵਿੱਚ ਮੇਰੀ ਉਮਰ ਕਿੰਨੀ ਹੋਊਗੀ? ਅੱਧੀ ਹੋ ਲਈ। ਜਿਹੜੇ ਉਸ ਵਕਤ 40-45 ਦੇ ਸੀ ਅੱਜ ਬਾਬੇ ਬਣੇ ਨੇ, ਤੇ ਉਹ ਅਜੇ ਵੀ ਜਦੋਂ ਮੇਰੇ ਕੋਲ ਆਉਂਦੇ ਨਾ ਬਕਸਾ ਠੀਕ ਕਰਾਉਣ ਵਾਸਤੇ, ਬਕਸਾ ਸਵਿਚ ਕਰਨ ਵਾਸਤੇ, ਉਹ ਕਹਿੰਦੇ 100 ਦੀ ਗੱਲ ਨਹੀਂ, 150 ਦੀ ਵੀ ਗੱਲ ਨਹੀਂ, ਚਾਵਲਾ ਜੀ ਤੁਹਾਨੂੰ ਮਿਲਣ ਆਏ ਆ। ਜੀ 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 ਜੀ, ਇਹ ਪਿਆਰ ਆਸ਼ੀਰਵਾਦ ਦੇ ਕੇ ਜਾਂਦੇ ਨੇ। ਮੈਂ ਜਿਨ੍ਹਾਂ ਨੂੰ ਆਪਣੀ ਬੈਕਬੋਨ ਸਮਝਦਾ, ਲਾੜੇ ਪ੍ਰਕਾਸ਼ ਨੇ, ਚਿੱਟੇ ਦੁੱਧ ਵਰਗੇ, ਜੱਫੀ ਪਾਉਣ ਨੂੰ ਕਹਿੰਦਾ ਦਿਲ ਕਰਦਾ ਪਰ ਦੂਰੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਤੇਰੇ ਲਈ ਤੰਦਰੁਸਤੀ ਲਈ ਦੁਆਵਾਂ ਦੇਣ ਵਾਸਤੇ ਆਏ ਆ। ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ, ਜਿਨ੍ਹਾਂ ਦੀਆਂ ਗੱਲਾਂ ਨੌਜਵਾਨਾਂ ਨੂੰ ਨਾਲ ਲੈ ਕੇ ਆਉਂਦੇ ਨੇ, ਮਤਲਬ ਵੀ ਆਹ ਸੁਣਦੇ ਰਹੇ ਹੋ ਤੁਸੀਂ ਛੋਟੇ ਹੁੰਦੇ, ਅਸੀਂ ਇਹਨਾਂ ਨੂੰ ਸੁਣਦੇ ਹੁੰਦੇ ਸੀਗੇ ਅੱਜ ਤੋਂ 24 ਸਾਲ ਪਹਿਲਾਂ, ਜਦੋਂ ਸਿਰਫ ਉੱਤਰੀ ਅਮਰੀਕਾ ਦੇ ਵਿੱਚ ਰੰਗਲਾ ਪੰਜਾਬ 2 ਘੰਟੇ ਪੰਜਾਬੀ ਦਾ ਪ੍ਰੋਗਰਾਮ ਸੀਗਾ, ਤੇ ਲੋਕ ਵੇਟ ਕਰਿਆ ਕਰਦੇ ਹੁੰਦੇ ਸੀ ਵੀ ਇੱਥੇ ਪਾਏਦਾਰ ਗੱਲ ਹੋਣੀ ਹੈ, ਤੇ ਸਵਾਲ ਜੇਕਰ ਕੋਈ ਆ ਗਿਆ ਤੇ ਉਹਦੇ ਸੰਗ ਦੇ ਵਿੱਚੋਂ ਐ ਕੱਢਣੇ ਨੇ, ਤੇ ਕੱਢੇ ਵੀ ਆ ਤੇ ਕੱਢਦੇ ਵੀ ਰਹੇ ਤੇ ਕੱਢਾਂਗੇ ਵੀ ਗਾਂ, ਸਿਰਫ ਤੁਹਾਡੇ ਪਿਆਰ ਤੇ ਮੁਹੱਬਤ ਸਦਕਾ। ਸੋ ਗੱਲ ਇਹ ਹੈ ਕਿ ਇਹ ਕਲੰਕ ਉਸੇ ਤਰ੍ਹਾਂ ਹੀ ਰਹਿਣਾ। ਜਿਵੇਂ ਬੀਬੀ ਜਗੀਰ ਕੌਰ ਨੂੰ ਮੈਂ ਉਦੋਂ ਪੁੱਛਿਆ ਨਾ, ਬੀਬੀ ਜੀ ਸਾਰੀਆਂ ਕਿਤਾਬਾਂ ਵਾਪਸ ਮੰਗਾ ਲਈਆਂ, ਤੇ ਬੀਬੀ ਕੋਈ ਜਵਾਬ ਨਹੀਂ ਸੀ। ਮੰਗਾ ਲਈਆਂ ਜੀ, ਮੈਂ ਗਿਣ ਕੇ ਮੰਗਾ ਲਈਆਂ, ਕਹਿੰਦੇ ਉਹ ਅਗਲਿਆਂ ਨੂੰ ਤਾਂ ਇੱਕ ਹੀ ਬੜੀ ਆ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਹੁੰਦੇ ਫੈਸਲੇ ਸਹੀ ਹੋਣਗੇ, ਕਿਵੇਂ ਲੈ, ਕਿਸ ਤਰੀਕੇ ਨਾਲ ਲੈ, ਰਾਜਨੀਤਿਕ ਸੀ, ਉਹਨਾਂ ਦੀ ਆਪਣੀ ਸੋਚ ਸੀ, ਡਜ਼ਨ ਮੈਟਰ। ਪਰ ਜੋ ਉਹ ਚੰਨ ਚਾੜ ਕੇ ਗਏ ਨੇ ਗੁਰਬਲਾਸ ਪਾਤਸ਼ਾਹੀ 6ਵੀਂ ਦੇ ਵਿੱਚ, ਉਹ ਕਦੇ ਦਾਗ ਨਹੀਂ ਮਿਟਣਾ। ਅੱਜ ਜਿਵੇਂ ਮੈਂ ਗੱਲ ਕਰਾਂ ਕਿ ਅੱਜ ਕਿਤਾਬਾਂ ਦੇ ਵਿੱਚੋਂ ਅਸੀਂ ਉਹ ਲੱਥੇ ਪੜ੍ਹ ਦਈਏ ਤੇ ਲੱਤਾਂ ਵੱਢ ਤੱਕ ਜਾਂਦੇ ਨੇ ਕੁਝ ਲੋਕ, ਸਿਰ ਲਾਉਣ ਤੱਕ ਜਾਂਦੇ ਨੇ ਕੁਝ ਲੋਕ। ਪੱਟੀ ਸਾਹਿਬ ਦੱਸੋ ਤੁਸੀਂ ਮੈਨੂੰ। ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਠੀਕ ਗੱਲ। ਜੇ ਅਸੀਂ ਕਹਿ ਦਈਏ ਕਿ ਫਲਾਣੀ ਕਿਤਾਬ ਦੇ ਵਿੱਚੋਂ ਮੈਂ ਪੜ੍ਹ ਕੇ ਆਹ ਗੱਲ ਕਹਿ ਲੱਗਾ, ਫਲਾਣੀ ਕਿਤਾਬ ਦੇ ਵਿੱਚ ਆਹ ਗੱਲ ਲਿਖੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹ 2 4 10 20 ਕਿਤਾਬਾਂ ਅਗਲੇ ਨੇ ਛਪਾ ਕੇ ਵੰਡ ਦੇਣੀਆਂ। ਜੇ ਉਹਨਾਂ ਕੋਲ ਤਾਂ ਕਰੋੜਾਂ ਅਰਬਾਂ ਦਾ ਬਜਟ ਹੈ, ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਜਵਾਬ ਨਹੀਂ ਦਿੱਤਾ ਜਾਣਾ ਕਿ। ਬਿਲਕੁਲ ਜੀ, ਬਿਲਕੁਲ। ਗਿਆਨੀ ਗੁਰਦਿੱਤ ਸਿੰਘ ਵਰਗੇ ਸਾਡੀ ਕੌਮ ਦੇ ਵਿੱਚ ਕਿਤੇ ਉਹ ਕਹਿੰਦੇ ਨੇ ਕਿ ਹਜ਼ਾरों साल नरगस अपनी बेनूरी पे रोती है, फिर कहीं होता है चमन में दीदावर पैदा। ਗਿਆਨੀ ਗੁਰਦਿੱਤ ਸਿੰਘ ਵਰਗੀਆਂ ਰੂਹਾਂ ਕਿਤੇ ਕਿਤੇ ਰੋਜ਼ ਜੰਮਣੀਆਂ ਨੇ, ਹਰ ਮਾਂ ਨੇ ਜੰਮਣੀਆਂ ਨੇ, ਜਿਹਨਾਂ ਕੋਈ ਇੰਨਾ ਨੌਲੇਜ ਸੀ, ਜਿਨ੍ਹਾਂ ਨੇ ਮਤਲਬ ਸਿੱਖ ਕੌਮ ਨੂੰ ਚੈਲੰਜ ਕਰਨ ਵਾਲਿਆਂ ਨੂੰ ਭਾਜਣਾ ਪਾ ਛੜੀਆਂ। 1 ਵਾਰ ਨਹੀਂ, 2 ਵਾਰ ਨਹੀਂ, 3 ਵਾਰ ਪੈਰ ਨਹੀਂ ਲੱਗਣ ਦਿੱਤੇ ਅਗਲੇ ਦੇ। ਤੇ ਸਾਡਿਆਂ ਨੇ ਕੀ ਕੀਤਾ ਉਹਦੇ ਨਾਲ, ਇਹ ਤਾਂ ਸਮਾਂ ਦੱਸੇਗਾ। ਚਲੋ ਧੰਨਵਾਦ ਕਰਦੇ ਹਾਂ ਤੁਹਾਡਾ ਵੀ, ਤੁਸੀਂ ਵੀ ਇਹ ਗੱਲ ਜ਼ਰੂਰ ਕੀਤੀ ਨਾਲ ਕਿ ਜੋ ਮਰਜ਼ੀ ਕਰ ਲੈਣ, ਪਰ ਇੱਕ ਗੱਲ ਤਾਂ ਹੈ ਜੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਦੀ ਰੇਟ ਬੜੀ ਲੱਗੀ ਹੋਈ ਆ, ਬੜੀ ਰੱਟ ਲੱਗੀ ਹੋਈ ਆ, ਰੱਟੇ ਲਾਏ ਜਾ ਰਹੇ ਨੇ। ਪਰ ਸਵਾਲ ਇਹ ਪੁੱਛਿਆ ਗਿਆ ਭਾਜਪਾ ਦੇ ਕੋਲੋਂ ਕਿ ਭਾਜਪਾ ਦੱਸੇ ਕਿ ਪਹਿਲਾਂ ਉਸਨੇ ਭਾਜਪਾ ਰਾਜ ਵਾਲੇ 22 ਰਾਜਾਂ ਵਿੱਚ ਕਿੰਨੇ ਦਲਿਤ ਮੁੱਖ ਮੰਤਰੀ ਬਣਾਏ ਨੇ। ਬੜਾ ਪੁਆਇੰਟ ਦਾ ਸਵਾਲ ਹੈ। ਇੱਕ ਦਿਨ ਮੇਰੇ ਮਨ 'ਚ ਪਹਿਲਾਂ ਵੀ ਆਇਆ ਸੀਗਾ ਤੇ ਅੱਜ ਜਿਹੜਾ ਟਾਈਮ ਤੇ ਆ ਗਿਆ। ਚਲੋ ਕੀ ਕਹਿਣਾ ਚਾਹੋਗੇ? ਦੇਖੋ ਜੀ, ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਉਹਨਾਂ ਨੇ ਸਵਾਲ ਕੀਤਾ, ਉਹਨਾਂ ਕਿਹਾ ਜੀ ਅੱਜ ਭਾਜਪਾ ਬਾਰ-ਬਾਰ ਕਹਿ ਰਹੀ ਹੈ ਕਿ ਅਸੀਂ ਮੁੱਖ ਮੰਤਰੀ ਬਣਾਵਾਂਗੇ। ਇਵੇਂ ਤੱਕ ਸਾਂਪਲਾ ਸਾਹਿਬ ਨੇ ਇਹ ਵੀ ਕਹਿਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰਾਮ ਤੀਰਥ ਜਾ ਕੇ ਉਹ ਨਾਮ ਹੀ ਅਨਾਉਂਸ ਕਰਾਂਗੇ ਵੀ ਸਾਡਾ ਮੁੱਖ ਮੰਤਰੀ ਅਗਲਾ ਕਿਹੜਾ ਹੈ। ਜਦੋਂ ਪਤਾ ਪੰਜਾਬ ਤੁਹਾਡਾ ਮੁੱਖ ਮੰਤਰੀ ਬਣ ਨਹੀਂ ਸਕਦਾ, ਜਿੰਨੇ ਮਰਜ਼ੀ ਮੁੱਖ ਮੰਤਰੀ ਤੁਸੀਂ ਅਨਾਉਂਸ ਕਰ ਦਿਓ, ਤੇ ਜੇ ਤੁਹਾਡਾ ਬਣਨਾ ਹੁੰਦਾ ਤੇ ਫਿਰ ਕੋਈ ਜੋਗੀ ਸ਼ੋਗੀ ਹੋਣਾ ਸੀਗਾ, ਕੋਈ ਦਲਿਤ ਵੀਰ ਨਹੀਂ ਸੀ ਹੋਣਾ ਚਾਹੀਦਾ। ਇਸ ਕਰਕੇ 22 ਸਟੇਟਾਂ 'ਚ ਭਾਜਪਾ ਦੀ ਸਰਕਾਰ ਰਹੀ ਹੈ, ਭਾਵੇਂ ਹੁਣ ਘਟ ਗਈ, 22 ਸਟੇਟਾਂ ਸਰਕਾਰ ਰਹੀ ਹੈ। ਦੇ ਕਿ 22 ਦੇ ਵਿੱਚੋਂ ਇੱਕ ਵੀ 10 ਦਿਨ ਡਿਪਟੀ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਨੇ ਬਣਾਇਆ, ਇੱਕ ਵੀ ਤਾਂ। ਸਭ ਤੋਂ ਵੱਡੀ ਸਟੇਟ ਇਹਨਾਂ ਦੀ ਗੁਜਰਾਤ ਆ, ਜਿਹਨੂੰ ਗੁਜਰਾਤ ਮਾਡਲ ਕਹਿੰਦੇ ਆ, ਉੱਥੇ ਕੀ ਬਣਾਇਆ ਹੋ ਜਾ ਬੰਦਾ। ਜੇ ਕੋਈ ਦਲਿਤ ਬਣਾ ਦਿੱਤਾ ਤੇ ਉਹਨੂੰ ਮਹਿਕਮਾ ਦਿੱਤਾ ਵਾ ਪਸ਼ੂ ਪਾਲਣ, ਕੋਈ ਚਾਹੀਦਾ ਮਹਿਕਮਾ ਦਿੱਤਾ ਨਹੀਂ, ਉਹਨੂੰ ਸਟੇਸ਼ਨਰੀ ਦਾ ਮਹਿਕਮਾ ਦੇ ਦਿੱਤਾ। ਮਹਿਕਮੇ ਇਹੋ ਜਿਹੇ ਦਿੱਤੇ ਨੇ ਜਿਹੜੇ ਮੰਤਰੀ ਬਣਾਤਾ ਕੋਈ ਨਾ ਕੋਈ। ਇਸ ਕਰਕੇ ਸਾਂਪਲਾ ਸਾਹਿਬ ਪਹਿਲਾਂ ਇਹ ਸਪਸ਼ਟ ਜ਼ਰੂਰ ਕਰ ਦਿਓ ਪੰਜਾਬ ਦੇ ਲੋਕਾਂ ਨੂੰ ਕਿ 22 ਸਟੇਟਾਂ ਦੇ ਵਿੱਚ ਤੁਸੀਂ ਪਹਿਲਾਂ ਉੱਥੇ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ, ਜਦੋਂ ਕਿ ਮੁੱਖ ਮੰਤਰੀ ਜਿਹੜੇ ਸੀ ਸਾਡੇ ਐਮਐਲਏ ਦੀ ਬਹੁਤਾਤ ਸੀ ਉੱਥੇ।
ਤੁਸੀਂ ਯੂਪੀ ਦੀ ਗੱਲ ਲੈ ਲਓ, ਉੱਥੇ ਨਹੀਂ ਸੀ ਬਣਾਇਆ ਜਾ ਸਕਦਾ। ਅੱਜ ਦੀ ਡੇਟ ਦੇ ਵਿੱਚ ਜਿਹੜਾ ਤਾਮਿਲਨਾਡੂ ਦਾ ਮੁੱਖ ਮੰਤਰੀ ਸਟਾਲਿਨ ਆ, ਉਹ BC ਆ, ਉਹਦੇ ਤੇ ਸੰਤੁਸ਼ਟੀ ਪ੍ਰਗਟ ਕੀਤੀ ਰੱਦੜ ਨੇ। ਉਹਨੇ ਕਿਹਾ BC ਆ, ਉਹ ਨਾਈ ਬ੍ਰਦਰੀ ਬਿਲੋਂਗ ਕਰਦਾ, ਲੇਕਿਨ ਅਸੀਂ ਸੋਚਿਆ ਕਿ ਸਭ BC ਘੱਟੋ ਘੱਟ ਬਣਿਆ ਨਾ, BC ਮੁੱਖ ਮੰਤਰੀ ਕਿਹਨੇ ਬਣਾਇਆ ਤੱਕ ਗਲਤ ਛੱਡ ਦਿਓ ਤੁਸੀਂ। ਉਹਨੇ ਕਿਹਾ ਇਹ ਫੁੱਲੀਆਂ ਪਾਉਂਦੇ, ਅਸੀਂ ਦਲਿਤ ਵੀਰਾਂ ਨੂੰ ਕਹਾਂਗੇ ਇਹਨਾਂ ਦੀਆਂ ਫੁੱਲੀਆਂ ਤੇ ਨਾ ਲੱਗਿਓ, ਆਪਣਾ ਪੜਿਆ ਵਿਚਾਰਿਓ, ਆਪਣੇ ਸਾਰੇ ਇੱਕ ਲਾਮਬੰਦ ਇੱਕ ਮੰਚ ਦੇ ਉੱਤੇ। ਅੱਜ ਦੀ ਡੇਟ ਦੇ ਵਿੱਚ ਜੇ ਕਿਤੇ ਸਾਰੇ ਦਲਿਤ ਪੰਜਾਬ 'ਚ ਇੱਕ ਲਾਮਬੰਦ ਹੋਣੇ ਇੱਕ ਮੰਚ ਦੇ ਉੱਤੇ। ਮੈਂ ਫਿਰ ਉਹੀ ਗੱਲ ਕਰਦਾ ਕਿ ਜਿਹੜਾ ਕਾਂਗੜ ਸਾਹਿਬ ਨੇ ਸਵਾਲ ਪੁੱਛਿਆ, ਬਿਲਕੁਲ ਵਾਜਬ ਸਵਾਲ ਪੁੱਛਿਆ, ਪਹਿਲਾਂ ਤੁਸੀਂ ਜਵਾਬ ਦੇ ਦਿਓ। ਮੈਂ ਥੋੜੀ ਜਿਹੀ ਇੱਕ ਗੱਲ ਇਹਨਾਂ ਨਾਲ ਹੋਰ ਜੋੜੂ। ਅੱਜ ਅਸੀਂ ਗੁਰਮੇਲ ਸਿੰਘ ਦੇ ਖਿਲਾਫ ਪਰਚਾ ਵੀ ਦਰਜ ਕਰਾਤਾ, ਉਹਨੂੰ ਅੰਦਰ ਵੀ ਭੇਜਤਾ, ਉਹਨੇ ਜੋ ਕੀਤਾ ਸਹੀ ਕੀਤਾ ਗਲਤ ਕੀਤਾ ਅਲੱਗ ਮੈਟਰ। ਸਵਾਲ ਮੇਰਾ ਇੱਥੇ ਆ ਰਿਹਾ ਸੀਗਾ ਕਿ ਸੌਦਾ ਸਾਧ ਅੱਗੇ ਹੈ, ਜੇਕਰ ਲੀਡਰ ਨੱਕ ਰਗੜ ਸਕਦੇ ਹਨ ਤਾਂ ਅਰਦਾਸ ਕਰਨ ਤੇ ਇੰਨਾ ਸ਼ੋਰ ਕਿਉਂ? ਭਾਵੇਂ ਕਿ ਇਹ ਮੈਨੂਪਲੇਟਡ ਆ ਭਾਜਪਾ ਦੀ, ਸਾਰਾ ਕੰਮ ਮੈਨੂਪਲੇਟਡ। ਉਸ ਪਿੰਡ ਦੇ ਵਿੱਚ 4 ਗੁਰਦੁਆਰੇ ਨੇ, ਇੱਕ ਗੁਰਦੁਆਰਾ ਇੱਕ ਦਲਿਤਾਂ ਦਾ, ਜਿੱਥੇ ਇਹਨਾਂ ਜਾ ਕੇ ਅਰਦਾਸ ਕੀਤੀ। ਪਹਿਲੀ ਜਿਹੜੀ ਅਰਦਾਸ ਕਰਾਈ ਗਈ ਆ, ਉਦੋਂ ਬਕਾਇਦਾ ਤੌਰ ਤੇ ਚੋਲਾ ਨਹੀਂ ਪਾਇਆ ਇਹਨੇ, ਉਹਦਾ ਕੀਤੀ, ਲੇਕਿਨ ਉਹਦੀ ਵੀਡੀਓ ਇੰਨੀ ਵਧੀਆ ਨਹੀਂ ਆਈ ਤੇ ਉਹ ਚਲਾ ਨਹੀਂ ਸਕੇ। ਦੁਬਾਰਾ ਫਿਰ ਇਹ ਪੂਰਾ ਪ੍ਰਪੰਚ ਲਗਾਇਆ ਗਿਆ ਵੀ ਤੂੰ ਆ ਇਦਾਂ ਨਹੀਂ ਇਦਾਂ ਗੱਲ ਕਰਨੀ, ਉਹ ਗੱਲ ਇਦਾਂ ਨਹੀਂ ਇਦਾਂ ਕਹਿਣੀ। ਉਹਨੂੰ ਲਿਖ ਕੇ ਦਿੱਤਾ ਗਿਆ ਅਫਰੀਕਾ ਤੋਂ ਅੱਛਾ ਨਾ ਹੋਵੇ। ਭਾਵੇਂ ਉਹ ਜਨਮ ਦਿਨ ਦੇ ਉੱਤੇ ਅਰਦਾਸ ਕਰਨ ਦੀ ਗੱਲ ਕਰਦੇ, ਲੇਕਿਨ ਉਸ ਬੰਦੇ ਨੇ ਜੋ ਕੀਤਾ ਠੀਕ ਕੀਤਾ। ਅਸੀਂ ਕਹਿੰਦੇ ਵੀ ਉਹਨੂੰ ਅਧਿਕਾਰ ਆਓ, ਕਰ ਲੈ ਕੋਈ ਗੱਲ। ਲੇਕਿਨ ਅਸੀਂ ਕਹਿੰਦੇ ਵੀ ਜਿਹੜੇ ਸਿੱਖ ਨੌਜਵਾਨ ਬੈਠੇ ਅੰਦਰ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਰਿਆਤ ਨਹੀਂ ਕੋਈ ਕਰਦੇ। ਉਹਨਾਂ ਦੀ ਕਦੀ ਅਰਦਾਸ ਕੀਤੀ ਨਾ ਡੇਰਾ ਪ੍ਰੇਮੀ ਨੇ, ਕਦੀ ਵੀ ਰਿਆ ਕਰੋ ਇਹਨਾਂ ਤੁਸੀਂ। ਅੱਜ ਜਥੇਦਾਰ ਅਕਾਲ ਤਖਤ ਮੈਂ ਰੌਲਾ ਪਾਉਂਦੇ ਵੇਖੋ ਜੀ, ਉਹਨੇ ਅਰਦਾਸ ਕੀਤੀ, ਫਲਾਣ ਕੀਤਾ, ਟੀਮ ਕੀਤਾ, ਤੇ ਜਿਹੜੇ ਨੱਕ ਰੋਲ ਕੇ ਲੜਦੇ ਰਹੇ ਆਖਦੇ ਪੈਰੀ ਹੱਥ ਲਾਉਂਦੇ ਰਹੇ ਜਥੇਦਾਰ ਜੀ, ਮੈਂ ਖਿਲਾਫ ਕੀ ਕਾਰਵਾਈ ਕਰ ਰਹੇ ਹੋ ਪਹਿਲਾਂ। ਵੇਖੋ ਗੱਲ ਪੱਟੀ ਸਾਹਿਬ, ਮੈਂ ਥੋੜੀ ਜਿਹੀ ਡਿਫਰ ਕਰੂੰਗਾ। ਸੌਦਾ ਸਾਧ ਜਿਹਨੂੰ ਬਾਅਦ ਵਿੱਚ ਬਲਾਤਕਾਰੀ ਸਾਧ ਐਲਾਨਿਆ ਗਿਆ ਕੋਰਟ ਵੱਲੋਂ, ਅਸੀਂ ਜਦੋਂ ਸੌਦਾ ਸੀਗਾ ਤੇ ਸੌਦਾ ਸਾਧ ਕਹਿੰਦੇ ਰਾਮ ਰਹੀਮ ਕਹਿੰਦੇ ਸੀ, ਅਸੀਂ ਕਦੀ ਬਲਾਤਕਾਰੀ ਨਹੀਂ ਕਿਹਾ, ਨਾ ਕਹਿਣਾ ਸਾਡਾ ਫਰਜ਼ ਹੀ ਬਣਦਾ ਸੀ। ਜਦੋਂ ਉਹਨੂੰ ਬਲਾਤਕਾਰ ਦੇ ਤੌਰ ਤੇ ਸਜ਼ਾ ਮਿਲੀ ਤੇ ਇੱਕ ਉਹ ਤੇ ਠੱਪਾ ਲੱਗ ਗਿਆ, ਸਾਰੀ ਉਮਰ ਧੋ ਨਹੀਂ ਸਕਦਾ। ਉਹ ਸਜ਼ਾ ਕੱਟ ਕੇ ਆ ਜਾਵੇ ਨਾ 10 ਨੰਬਰੀ ਆ, ਤੇ ਜਦੋਂ ਥਾਣੇਦਾਰ ਲੱਗਦਾ ਨਾ ਨਵਾਂ, ਤੇ 10 ਨੰਬਰੀ ਖਰੇ ਇਕੱਠੇ ਕਰ ਲੈਂਦਾ। ਇਹ ਤੇ ਬਲਾਤਕਾਰੀ ਦਾ ਠੱਪਾ ਲੱਗ ਗਿਆ। ਸੌਦਾ ਸਾਧ ਅੱਗੇ ਜੇਕਰ ਲੀਡਰ ਨੱਕ ਰਗੜ ਸਕਦੇ ਹਨ ਤਾਂ ਅਰਦਾਸ ਕਰਨ ਤੇ ਇੰਨਾ ਸੂਰ ਕਿਉਂ, ਰੌਲਾ ਕਿਉਂ? ਇਹਦਾ ਮਤਲਬ ਇਹ ਨਹੀਂ ਹੈ ਕਿ ਐਰਾ ਗੈਰਾ ਨੱਥੂ ਖੈਰਾ ਅੱਜ ਉਹ ਸੋਚੇ ਕਿ ਮੈਂ ਪੰਥ ਦਾ ਲੀਡਰ ਵਾਂ ਤੇ ਮੈਂ ਜਿੱਥੇ ਮੱਥਾ ਟੇਕ ਲਵਾਂਗਾ ਤੇ ਮੇਰੇ ਮਗਰ ਕੌਮ ਲੱਗ ਜੀ। ਉਹ ਉਹਦੀ ਇੰਡੀਵਿਜੂਅਲ ਸੋਚ ਆ, ਉਹ ਜਿੱਥੇ ਮਰਜ਼ੀ ਜਾਵੇ, ਉਹ ਰਹਿਤ ਮਰਿਆਦਾ ਨੂੰ ਹੀ ਇੱਕ ਪਾਸੇ ਕਰਕੇ ਜਾ ਰਿਹਾ, ਜਾਵੇ ਜਿੱਥੇ ਮਰਜ਼ੀ, ਦਿਲ ਕਰਦਾ ਜਿੱਥੇ ਮਰਜ਼ੀ ਜਾਵੇ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਉਹ ABCD ਕਿਸੇ ਸਿੱਖ ਦਾ ਇੱਕ ਨਹੀਂ ਆ ਵੀ 4 ਜਣੇ ਇਕੱਠੇ ਹੋ ਕੇ ਤੇ ਕੋਈ ਰਜਿਸਟਰ ਕਰਾ ਲਈ ਸਿੱਖਾਂ ਦੇ ਨਾਂ ਤੇ ਸੰਸਥਾ ਦੇ, ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਹੋ ਗਿਆ। ਨੋ, ਗੁਰੂ ਗ੍ਰੰਥ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ, ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦਾ ਸਰਮਾਇਆ ਵਾ। ਤੇ ਸਿੱਖ ਕੌਮ ਕਿਹੋ ਜਿਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ 2 ਹੀ ਰਹਿ ਗਏ ਸੀ ਉਸ ਵਕਤ ਉਸ ਇਲਾਕੇ ਦੇ ਵਿੱਚ। ਸਿੰਘ ਤਾਂ ਹੋਰ ਵੀ ਹੋਣਗੇ, ਤੇ ਦੋਨਾਂ ਨੇ ਹੀ ਖਾਲਸਾ ਰਾਜ ਕਾਇਮ ਕਰਤਾ ਸੀ। ਇਹ ਸਾਡੇ ਲੀਡਰ ਜਿਹੜੇ ਸੋ ਕਾਲ, ਇਹ ਮਤ ਸੋਚਣ ਕਿ ਉਹ ਇਹ ਗੱਲ ਉੱਥੇ ਨਹੀਂ ਹੁੰਦੀ। ਇਹ ਗੱਲ ਆ ਗਈ ਗੁਰੂ ਗ੍ਰੰਥ ਸਾਹਿਬ ਦੀ। ਇਹਨਾਂ ਲੀਡਰ ਸਰਬ ਸ਼ਕਤੀਮਾਨ ਹੋ ਤੁਸੀਂ, ਕਮਲਿਓ ਭੋਲਿਓ, ਜੇ ਤੁਸੀਂ ਇਹੀ ਗੱਲ ਕਰ ਲਈ ਹੈ ਤੁਸੀਂ ਵੀ ਵੱਡੇ ਗੁਰੂ ਦੇ ਦਰ ਤੇ ਆ ਰਹੇ ਹੋ, ਤੇ ਵੱਡੇ ਗੁਰੂ ਨੂੰ ਗੁਰੂ ਮੰਨੋ, ਛੋਟੇ ਨੂੰ ਕਿਉਂ ਮੰਨਦੇ ਹੋ? ਵੱਡੇ ਨੂੰ ਮੰਨੋ, ਛੋਟੇ ਨੂੰ ਮੰਨ ਕੇ ਤੁਹਾਨੂੰ ਕੀ ਮਿਲਣਾ? ਛੋਟੇ ਨੂੰ ਤਾਂ ਆਪਣੇ ਆਪ ਆਪਣੀ ਅਰਦਾਸ ਨਹੀਂ ਕਰਨੀ ਆਉਂਦੀ। ਐ ਜੇ ਪ੍ਰੇਮੀ ਹੋਣ ਦੇ ਨਾਤੇ ਵੀ ਉਹਨੇ ਕੀਤੀ ਹੈ, ਤੇ ਉਹ ਮੰਨ ਗਿਆ ਕਿ ਗੁਰੂ ਗ੍ਰੰਥ ਸਾਹਿਬ ਹੀ ਸਭ ਤੋਂ ਵੱਡਾ ਗੁਰੂ ਹੈ, ਸਾਡੇ ਗੁਰੂ ਦੇ ਕੋਲ ਪਾਵਰ ਨਹੀਂ। ਜੇ ਪ੍ਰਚਾਰ ਹੁਣ ਵੀ ਸ਼ੁਰੂ ਕਰ ਦਿਓ, ਅਜੇ ਵੀ ਕੁਝ ਨਹੀਂ ਵਿਗੜਿਆ, ਅਜੇ ਵੀ ਤੁਸੀਂ ਦੁਨੀਆ ਫਤਿਹ ਕਰ ਲਓਗੇ। ਜੇ ਗੋਰੇ ਬਣ ਸਕਦੇ ਨੇ ਸਿੱਖ, ਕਾਲੇ ਬਣ ਸਕਦੇ ਨੇ ਸਿੱਖ, ਚਾਈਨੀਜ਼ ਬਣ ਸਕਦੇ ਨੇ ਸਿੱਖ,
ਤੇ ਸਿੱਖਾਂ ਪੰਜਾਬ ਦੇ ਵਿੱਚ ਜੇ ਭਾਰਤ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਕੀ ਆ, ਕਿਉਂ ਆ, ਕੱਲ੍ਹ ਲਈ ਆ। ਸਿਰਫ ਸੁਚੇਤ ਕਰਨ ਦੀ ਲੋੜ ਹੈ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਾਵਲਾ ਸਾਹਿਬ, ਪੱਟੀ ਸਾਹਿਬ, ਸਤਿ ਸ੍ਰੀ ਅਕਾਲ। ਮੇਰੇ ਸਵਾਲ 3 ਨੇ ਛੋਟੇ ਛੋਟੇ, 1 ਬਾਏ 1 ਕਰਿਓ ਜੀ please। ਕਰੋ ਸਵਾਲ। ਪਹਿਲਾ ਤੇ ਇਹ ਵੀ ਜਿਹੜੀ ਸਾਡੀ ਪ੍ਰਧਾਨ ਹੈ SGPC ਦੀ, ਇਹਨੇ ਅੱਜ ਅਜੀਬ ਜਿਹਾ ਪਹਿਲਾਂ ਦੀ ਕਿਤਾਬ ਦਾ ਰੌਲਾ ਬੜਾ ਪਿਆ ਰਿਹਾ, ਜਦੋਂ ਪਹਿਲਾਂ ਸੀ ਤਾਂ ਹੁਣ ਇਹ ਪੈਰਾ ਵੀ ਇਹਦੀ ਬੰਨੇ ਚਾਹੀਦੇ ਨੇ, ਪਿਕਚਰਸ ਬੰਨੇ ਚਾਹੀਦੇ ਨੇ, ਮਤਲਬ ਕਿ ਜਿਹੜਾ 400 ਸਾਲਾ ਮਨਾਉਣਾ ਹੈ, ਇਹਨੇ ਬਿਆਨ ਦਿੱਤਾ ਸਿੱਖ ਧਰਮ ਦੇ ਉੱਤੇ। ਤੇ ਪਹਿਲੇ ਦਾ ਰੌਲਾ ਮੁੱਕਾ ਨਹੀਂ ਤੇ ਇਹ ਕਿ ਨਵਾਂ ਕੋਈ ਪੰਗਾ ਛੇੜ ਲਿਆ ਇਹਨੇ, ਇਹਦੇ ਬਾਰੇ ਦੱਸਿਓ ਵੀ ਇਹ ਸੱਚਾ। ਦੂਜਾ ਸਵਾਲ ਹੈ, ਛੋਟੇ ਛੋਟੇ ਨੇ। ਦੂਜਾ ਸਵਾਲ ਹੈ, ਬਾਦਲ ਪਿੰਡਾਂ ਦੇ ਵਿੱਚ ਜ਼ਖੀਰਾ ਤਗੜਾ ਸ਼ਰਾਬ ਦਾ ਫੜਿਆ ਗਿਆ। ਹਾਂ। ਤੀਜੇ ਨੰਬਰ ਤੇ ਇਹ ਹੈ ਕਿ ਜਿਹੜੇ 12 ਲੀਡਰ ਨੇ ਜਿਨ੍ਹਾਂ ਨੇ ਸਮਰਥਨ ਕੀਤਾ ਕਿਸਾਨਾਂ ਦਾ, ਉਹਨਾਂ ਦੇ ਵਿੱਚੋਂ ਅਕਾਲੀਆਂ ਦਾ ਨਾਂ ਨਹੀਂ ਆਇਆ ਕਿ ਇਹਨਾਂ ਦੇ ਵਿੱਚੋਂ ਕਿਸੇ ਸਾਈਨ ਕੀਤੇ ਨੇ ਕਿ ਨਹੀਂ ਕੀਤੇ। ਥੋੜਾ ਜਿਹਾ ਇਹ ਤੁਹਾਡੀ ਕੋਲ 12 ਦੀ ਗੱਲ ਦੱਸ ਦਿੰਦਾ ਵਾ, ਜਿਹੜੀ ਦੂਜੇ ਸਵਾਲ ਦੋ ਮੜਾ ਦੁਬਾਰਾ ਰਿਪੀਟ ਕਰ ਦਿਓ। ਚਮਚਾ ਸਿੰਘ ਤੁਸੀਂ ਪੂਰੀ ਬਾਤ ਸਮਝ ਦਿੱਤੀ ਇਹਨਾਂ ਆਪਣੀ ਦੁਬਾਰਾ ਪੁੱਛ ਲੈਂਦੇ ਕੋਈ ਨਹੀਂ। ਹੈਲੋ, ਹਾਂਜੀ, ਦੁਬਾਰਾ ਪੁੱਛਿਓ ਸਵਾਲ। ਵਿੱਚ ਜਿਹੜਾ ਪਹਿਲਾ ਬਈ ਸਾਡੀ ਆਵਾਜ਼ ਪਹਿਲਾ ਸਵਾਲ ਹੈ ਵੀ ਬੀਬੀ ਜਗੀਰ ਕੌਰ ਨੇ ਅੱਜ ਕੋਈ ਮਤਲਬ ਆਪਣਾ ਐਲਾਨ ਕੀਤਾ ਹੈ ਕਿ ਸਾਡੇ 400 ਸਾਲਾ ਜਿਹੜਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਹੇ ਹਾਂ ਨਾ, ਇਹਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਉੱਤੇ ਪਿਕਚਰ ਬਣੇ, ਟੈਲੀਫਿਲਮ। ਠੀਕ ਹੈ ਜੀ, ਅੱਗੇ ਚਲੋ। ਇਹ ਤਾਂ ਪਹਿਲਾ ਸਵਾਲ ਹੈ। ਦੂਜਾ, ਬਾਦਲ ਪਿੰਡ ਦੇ ਵਿੱਚ ਸ਼ਰਾਬ ਫੜਿਆ ਗਿਆ, ਤਗੜੀ ਭੱਠੀ ਫੜੀ ਸ਼ਰਾਬ। ਹਾਂਜੀ, ਬਿਲਕੁਲ ਜੀ, ਬਿਲਕੁਲ ਰੱਖੋ ਜੀ। ਹਾਂ, ਤੀਜੇ ਨੰਬਰ ਦੇ ਉੱਤੇ ਤੁਹਾਨੂੰ ਦੱਸਿਆ ਵੀ ਜਿਹੜੇ ਪਾਰਟੀਆਂ ਨੇ 12 ਲੀਡਰ ਨੇ ਇਹਨਾਂ ਦੇ ਸੰਘਰਸ਼ ਦੇ ਉੱਤੇ ਸਾਈਨ ਕੀਤਾ ਕਿ ਅਸੀਂ ਤੁਹਾਡੇ ਨਾਲ ਆ, ਅਸੀਂ ਮਨਾਵਾਂਗੇ ਕੱਲ ਨੂੰ ਕਾਲਾ ਦਿਵਸ। ਉਹਦੇ ਵਿੱਚ ਅਕਾਲੀਆਂ ਚ ਕਿਸੇ ਲੀਡਰ ਨੇ ਕੀਤਾ ਕਿ ਨਹੀਂ ਕੀਤਾ ਕਿ ਪਾਰਟੀ ਕਹਿੰਦੀ ਅਸੀਂ ਨਹੀਂ ਕਰਨਾ ਜਾਂ ਇਹਨਾਂ ਦਾ ਕਰਾਇਆ ਨਹੀਂ। ਮਿਹਰਬਾਨੀ ਜੀ। ਹੁਣ 3 ਸਵਾਲ ਤੁਸੀਂ ਕੀਤੇ ਸੀ, ਮੈਂ ਰਿਕੁਐਸਟ ਕੀਤੀ ਸੀ ਵੀ 1 ਬਾਏ 1 ਕਰ ਲਿਓ ਤੇ ਨਾਲ ਦੀ ਨਾਲ ਤੁਸੀਂ ਬਣੇ ਰਹਿੰਦੇ। ਹਾਂਜੀ ਪਲੀਜ਼ ਪੱਟੀ ਸਾਹਿਬ। ਜਿਹੜੀ ਪਹਿਲੀ ਗੱਲ ਤੁਸੀਂ ਕਹੀ ਹੈ ਗੁਰੂ ਸਾਹਿਬ ਦੇ 400 ਸਾਲਾਂ ਦੇ ਉੱਤੇ ਇੱਕ ਟੈਲੀਫਿਲਮ ਬਣਾਵਾਂਗੇ ਸੀ, ਉਹਦਾ ਵਿਰੋਧ ਹੋ ਰਿਹਾ ਵੀ ਟੈਲੀਫਿਲਮ ਤੁਸੀਂ ਕਿਸ ਤਰ੍ਹਾਂ ਹੀ ਬਣਾਓਗੇ, ਕੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਖਾਓਗੇ। 1930 ਦੇ ਵਿੱਚ ਮੇਰੇ ਖਿਆਲ ਸ਼ਾਇਦ 2018 ਦੇ ਵਿੱਚ ਵੀ ਇਹਦਾ 3-4 ਵਾਰੀ ਮਤੇ ਹੋ ਚੁੱਕੇ ਦੇ ਬਾਰੇ ਵੀ ਗੁਰੂ ਸਾਹਿਬ ਨੂੰ ਤੁਸੀਂ ਕੋਈ ਵਿਅਕਤੀ ਦੇ ਰੂਪ ਚ ਨਹੀਂ ਵਿਖਾ ਸਕਦੇ। ਤੁਹਾਨੂੰ ਪਤਾ ਹੋਵੇਗਾ ਇੱਕ ਨਾਨਕ ਨਾਮ ਜਹਾਜ਼ ਸੀ, ਸ਼ਾਇਦ ਨਾਮ ਇੱਥੇ ਸ਼ੁਰੂ ਹੋਇਆ ਸੀ ਡਰਾਮਾ ਇੱਕ ਗੁਰੂ ਨਾਨਕ ਪਾਤਸ਼ਾਹ 1969 ਦੇ ਵਿੱਚ, ਉਹਦਾ ਨਾਮ ਨੂੰ ਭੁੱਲ ਗਿਆ ਪਤਾ ਨਹੀਂ। ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ, ਗੁਰੂ ਸਾਹਿਬ ਦੀ ਆਵਾਜ਼ ਵਿੱਚੋਂ ਵਿਖਾਈ ਸੀ, ਲੇਕਿਨ ਬਿਲਕੁਲ ਉਹਨਾਂ ਦੀ ਸ਼ਕਲ ਨਹੀਂ ਸੀ ਵਿਖਾਈ, ਵਿਅਕਤੀ ਕੋਈ ਨਹੀਂ ਸੀ ਵਿਖਾਇਆ। ਜੇ ਤੇ ਇਹੋ ਜਿਹਾ ਕੋਈ ਕੰਮ ਕਰਨਗੇ ਸ਼ਾਇਦ ਪ੍ਰਵਾਨਗੀ ਮਿਲ ਜਾਏ। 1930 ਵੀ ਬੈਨ ਕੀਤਾ ਸੀ, 2018 ਵੀ ਬੈਨ ਕੀਤਾ ਸੀ, ਇੱਕ ਵਾਰੀ ਹੋਰ 3 ਵਾਰੀ ਇਹਦੇ ਤੇ ਮਤੇ ਪਾਸ ਕੀਤੇ ਗਏ। 1980 ਸ਼ੁਰੂ ਕੀਤਾ ਗਿਆ ਵੀ ਇਹ ਜਿਹੜੀ ਤੁਸੀਂ ਇੱਥੇ ਫਿਲਮ ਨਹੀਂ ਬਣਾ ਸਕਦੇ। ਲੇਕਿਨ ਬੀਬੀ ਜਗੀਰ ਕੌਰ ਨੇ ਕਿਹਾ, ਬੀਬੀ ਸੋਚਦੀ ਸਾਡੀ ਕਸ਼ ਨਹੀਂ, ਉਹਦੇ ਵਿੱਚ ਪ੍ਰੋਫੈਸਰ ਸਤਿਆਨ ਸਿੰਘ ਨੇ ਕਾਫੀ ਵਿਰੋਧ ਕੀਤਾ। ਤੁਹਾਨੂੰ ਪਤਾ ਹੋਏਗਾ ਜਿਹੜਾ ਇੱਕ ਦਮਦਮੀ ਟਕਸਾਲ ਦਾ ਮੈਂਬਰ ਹੈ ਬਾਬਾ ਚਰਨਜੀਤ ਸਿੰਘ ਜੱਸੋਵਾਲ, ਉਹਦੇ ਤੇ ਬੀਬੀ ਦੇ ਦੋਵਾਂ ਦੇ ਚੰਗੇ ਪੂਰੀ ਤਰ੍ਹਾਂ ਸਿੰਘ ਫਸੇ ਪਏ ਸੀ। ਉਹ ਸਿੰਘ ਫਸੇ ਹੋਣ ਕਰਕੇ ਬੀਬੀ ਦੇ ਹਰ ਕੰਮ ਦੀ ਆਲੋਚਨਾ ਕਰਦਾ। ਆਲੋਚਨਾ ਹੋਣੀ ਚਾਹੀਦੀ ਹੈ, ਪਤਾ ਲੱਗੇ ਕਿ ਜੇ ਕੋਈ ਗਲਤ ਹੁੰਦਾ ਤੇ ਉਹ ਪਤਾ ਲੱਗੇ ਵੀ ਇਹ ਗਲਤ ਨਾ ਹੋਵੇ। ਹੁਣ ਬੀਬੀ ਜਗੀਰ ਕੌਰ ਨੇ ਕਿਹਾ ਫਿਲਮ ਬਣਾਉਣੀ ਹੈ ਤੇ ਅਨਾਉ ਤੇ ਮਨ ਤਾਂ ਬੜੀਆਂ ਹੋ ਜਾਂਦੀਆਂ। ਬੀਬੀ ਦਾ ਸਮਾਂ ਕਿੰਨਾ ਰਹਿ ਗਿਆ, ਕੀ ਫਿਲਮ ਬਣਾਉਣੀ ਬੀਬੀ ਵਿਚਾਰੀ। ਪੱਟੀ ਸਾਹਿਬ, ਤੁਹਾਨੂੰ ਯਾਦ ਹੋਣਾ ਜਦੋਂ ਪਹਿਲੀ ਟਰਮ ਸੀ ਇਹਨਾਂ ਦੀ, ਉਦੋਂ ਇਹਨੇ ਇੱਕ ਕਿਤਾਬ ਛਪਾਈ ਸੀ। ਨਹੀਂ, ਇੱਕ ਕਿਤਾਬ ਨਹੀਂ ਛਪਾਈ ਜੀ, ਮੈਂ ਦੱਸਦਾ ਤੁਹਾਨੂੰ। ਇਹਨੇ ਕੀ ਕੀਤਾ ਸੀ, 300 ਸਾਲਾ ਮਨਾਇਆ ਸੀ। ਇਹਨੇ ਕਿਹਾ 300 ਸਾਲਾਂ ਤੇ ਅਸੀਂ 300 ਕਿਤਾਬਾਂ ਛਪਾਵਾਂਗੇ ਜੀ। ਉਹ ਜਿਹੜੀ ਕਿਤਾਬ ਸਿੱਖ ਇਤਿਹਾਸ ਤੇ ਛਾਪੀ ਗਈ ਸੀ ਹਿੰਦੀ ਦੇ ਵਿੱਚ, ਉਹਦੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਬੜੀਆਂ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਜੀ ਜੀ, ਉਹੀ ਕਿਤਾਬ ਦੀ ਗੱਲ ਕਰ। ਉਹਦਾ ਅੱਜ ਵੀ ਕੇਸ ਹਾਈ ਕੋਰਟ ਵਿੱਚ ਪੈਂਡਿੰਗ ਪਿਆ। ਉਹ ਕਿਤਾਬ ਵੀ ਹਾਈ ਕੋਰਟ ਕੋਲ ਪਈ ਆ ਤੇ ਉਹ ਤੇ ਫੈਸਲਾ ਕੋਈ ਨਹੀਂ ਹੋਇਆ। ਜਿਹੜਾ ਸਿੱਖ ਗੁਰਦਾ ਜੁਡੀਸ਼ੀਅਲ ਕਮਿਸ਼ਨ ਸੀ, ਉਹਨੇ ਜਿਹੜਾ ਫੈਸਲਾ ਦੇਣਾ ਸੀ, ਪਤਾ ਹੀ ਸੀਗਾ ਕਿ ਜੋ SGPC ਨੇ ਕਹਿਣਾ ਉਹਨੇ ਉਹ ਦੇਣਾ।
ਕਿ ਉਹ ਉਹਨਾਂ ਦੇ ਆਪਣੇ ਬੰਦੇ ਹੈਗੇ ਆ। ਹੁਣ ਉਹ ਮਾਮਲਾ ਬਲਦੇਵ ਸਿੰਘ ਸਿੱਧਾ ਹਾਈ ਕੋਰਟ 'ਚ ਲੈ ਕੇ ਗਿਆ। ਆ ਕਰੋਨਾ ਕਰਕੇ ਥੋੜੇ ਜੋ ਪੈਂਡੇ ਪੈ ਗਿਆ, ਨਹੀਂ ਹੁਣ ਤੱਕ ਸ਼ਾਇਦ ਫੈਸਲਾ ਆ ਜਾਂਦਾ ਵੀ ਦੋਸ਼ੀ ਜਿਹੜੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਕੀ ਕਾਰਵਾਈ ਕੀਤੀ ਤੁਸੀਂ ਇਹਨਾਂ ਦੇ ਖਿਲਾਫ? ਦੱਸੋ ਕਿਹਨੇ ਛਾਪੀ ਹੈ, ਕਿਹੜੀ ਪ੍ਰਿੰਟਿੰਗ ਛਾਪੀ ਹੈ, ਕੌਣ ਛਾਪਣ ਵਾਲਾ ਹੈ, ਰਾਈਟਰ ਕੌਣ? ਇੱਕ ਪਲੀਜ਼ ਹੋਰ ਦੱਸੋਗੇ ਕਿ ਇਹਦਾ ਆਥਰ ਕੌਣ ਸੀ, ਹੁਣ ਤੱਕ ਪਤਾ ਲੱਗਾ? ਇੱਕ ਮਿੰਟ, ਤੁਹਾਡੇ ਅਗਲੇ ਸਵਾਲ ਜਵਾਬ ਦੇ ਦਿੰਦੇ ਜੀ। ਜਿਹੜੀ ਤੁਸੀਂ ਭੱਠੀ ਦੀ ਗੱਲ ਕੀਤੀ ਆ ਜੀ, ਬਿਲਕੁਲ ਠੀਕ ਗੱਲ ਆ ਵੀ ਬਾਦਲ ਪਿੰਡ ਦੇ ਵਿੱਚ ਇਹਨਾਂ ਦੇ ਸਕੇ ਸੁਧਰਾ ਜੋ ਬਾਦਲਾਂ ਦੇ ਵਿੱਚੋਂ ਜਿਹੜੀ ਆ ਉਹ ਸ਼ਾਇਦ ਲਾਲੀ ਬਾਦਲ ਕਹਿੰਦੇ ਉਹਨੂੰ, ਜਿਹਦਾ ਸਾਰਾ ਸਮਾਨ ਫੜਿਆ ਗਿਆ। ਉਹਦੇ ਵਿੱਚ ਜਿਹੜੀਆਂ ਅਸੀਂ ਕਹਿੰਦੇ ਬੜੀ ਵਧੀਆ ਸ਼ਰਾਬ ਦੀ ਬੋਤਲ ਆਰਸੀ ਵੀ ਹੈਗੀ ਆ, ਉਹਦੇ ਰੈਲ ਸਟੈਕ ਵੀ ਹੈਗੀ, ਬੜੀਆਂ ਮਹਿੰਗੀਆਂ ਜਿਹੜੀ ਸ਼ਰਾਬ ਦੀਆਂ ਬੋਤਲਾਂ ਪਈਆਂ ਉੱਥੇ ਫੜੀਆਂ ਗਈਆਂ। ਅੱਛਾ ਰੱਖ ਸਟਿੱਕਰ ਫੜੇ ਗਏ ਨੇ, ਉਹਦੇ ਕੌਕ ਫੜੇ ਗਏ ਨੇ। ਹੁਣ ਪਰਚਾ ਜਿਹੜਾ ਉਹ ਬੰਦੇ ਹੋਣੇ ਜਿਹੜੇ ਕੱਢਣ ਵਾਲੇ ਹੈਗੇ ਆ, ਅਸਲੀ ਬੰਦੇ ਤੇ ਪਰਚਾ ਹੋਣਾ ਹੀ ਨਹੀਂਗਾ। ਜੇ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਦੇ ਵਿੱਚੋਂ ਦੋ ਫੈਕਟਰੀਆਂ ਫੜੀਆਂ, ਪਰਚਾ ਕਿਹੜੇ ਅਸਲੀ ਬੰਦਿਆਂ ਤੋਂ ਹੋਇਆ? ਕਿਸੇ ਤੇ ਹੋਇਆ? ਕਿਸੇ ਤੇ ਨਹੀਂ। ਸਿਰਫ ਉਹ ਬੰਦੇ ਸੀ ਜਿਹੜੇ 5-5 ਹਜ਼ਾਰ ਉੱਤੇ ਕੰਮ ਕਰਦੇ ਸੀ, ਉਹਨਾਂ ਦੇ ਪਰਚੇ ਦੇ ਦਿਓ ਜੀ, ਕੋਈ ਗੱਲ ਨਹੀਂ। ਇੱਕ ਬੰਦਾ ਹੋਰ ਸੀ ਉੱਤੇ ਪਰਚਾ ਦਿੱਤਾ ਸੀਗਾ, ਜਦੋਂ ਉਹਦੇ ਪਰਚਾ ਤੋਂ ਜ਼ਮਾਨਤ ਹੋ ਗਈ, ਮੁੜ ਕੇ ਉਹਨੇ ਖੰਨਿਆ ਕੇ ਫਿਰ ਸ਼ੁਰੂ ਕਰਤਾ, ਫਿਰ ਫੜਿਆ ਗਿਆ। ਮੇਰਾ ਕਹਿਣ ਤੋਂ ਪਾਪੀ ਹੁਣ ਉਦੋਂ ਆਲੋਚਨਾ ਕਰਦੇ ਸੀ ਅਕਾਲੀ, ਹੁਣ ਕਰਦੇ ਕਾਂਗਰਸੀ, ਲੇਕਿਨ ਕਾਰਵਾਈ ਕੋਈ ਨਹੀਂ ਕਰਦਾ। ਕਾਰਵਾਈ ਠੋਕ ਪੰਜ ਜਾ ਕੇ ਕਰੋ। ਅਗਲੀ ਗੱਲ ਤੁਸੀਂ ਕੀਤੀ ਹੈ 12 ਜਿਹੜੇ ਲੀਡਰਾਂ ਨੇ ਲੈਟਰ ਲਿਖੀ, ਉਹ ਇੱਕ ਮੰਚ ਬਣ ਰਿਹਾ ਜੀ, ਸਟੇਟ ਲੈਵਲ ਦਾ ਮੰਚ ਬਣ ਰਿਹਾ। 12 ਸਟੇਟਾਂ ਦੇ ਵਿੱਚ ਤੁਸੀਂ ਲਗਭਗ ਉੱਤੇ ਕਬਜ਼ਾ ਕਰ ਲਿਆ। ਇਹ ਮਮਤਾ ਨੂੰ ਸਿਰਾ ਜਾਂਦਾ ਉਹਦੇ ਵਿੱਚ ਅਕਾਲੀ ਦਲ ਦੇ ਕਿਸੇ ਦੇ ਵੀ ਸਾਈਨ ਨਹੀਂ ਹੈਗੇ। ਜਾਂ ਤਾਂ ਉਹਨਾਂ ਨੇ ਜੋਗਰੀ ਸਮਝਿਆ ਇਹਨਾਂ ਨੂੰ ਬੁਲਾਉਣ ਵਾਸਤੇ, ਜਾਂ ਫਿਰ ਇਹ ਆਪ ਨਹੀਂ ਗਏ। ਇਹ ਆਉਣ ਵਾਲੀ ਸਮਝ ਬਤਾ ਦੂ ਜੀ। ਹਾਂ ਜੀ, ਥੈਂਕ ਯੂ, ਮਿਹਰਬਾਨੀ, ਥੈਂਕ ਯੂ ਜੀ ਬਹੁਤ ਬਹੁਤ। ਪੱਟੀ ਸਾਹਿਬ ਫਿਰ ਲਈਏ ਫਤਿਹ ਬੁਲਾਈਏ। ਅੱਛਾ, ਆਖਰੀ ਇੱਕ ਕੁਐਸਚਨ ਹੋਰ ਆ, ਕੀ ਲੱਗਦਾ ਤੁਹਾਨੂੰ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿੰਨੇ ਮਰਜ਼ੀ ਕੁਐਸਚਨ ਕਰੋ ਜੀ, ਮੈਂ ਵਿਹਲਾ ਹੀ ਕੋਈ ਗੱਲ ਨਹੀਂ, ਅਸੀਂ ਤਾਂ ਸਵੇਰੇ ਉੱਠਣਾ ਨਾ 7 ਵਜੇ। ਹਾਂਜੀ ਵੀ ਆਪਣੀ ਗੱਲ ਕਰੋ ਜੀ। ਗੁੱਡ ਮਾਰਨਿੰਗ ਸ਼ੋ ਵੀ ਕਰਨਾ ਹੈ। ਉੱਤਰ ਪ੍ਰਦੇਸ਼ ਤਾਂ ਲੱਗਦਾ ਕਿ ਇੱਕ ਵਾਰੀ ਫਿਰ ਤੋਂ ਦੰਗੇ ਹੋ ਸਕਦੇ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵੇਖੋ ਜੀ, ਜਿਹੜੀ RSS ਉਹਨੇ ਕਹਿਤਾ ਵੀ ਆਈਦਰ ਹੋਕਸ ਔਰ ਕ੍ਰੋਕਸ, ਜੋ ਪੰਚਾਇਤ ਚੋਣਾਂ ਚ ਹੋਇਆ, ਜੇ ਇਹ ਹਾਲ ਰਿਹਾ ਤੇ ਸਾਡੇ ਤੋਂ ਇਹ ਸੂਬਾ ਖੁੱਸ ਰਿਹਾ। ਜੇ ਇਹ ਸੂਬਾ ਖੁੱਸ ਗਿਆ ਤੇ ਸਾਡੀ ਗਾ ਸਰਕਾਰ ਨਹੀਂ ਬਣਨੀ। RSS ਨੇ ਆਪਣੇ ਬੰਦੇ ਉੱਥੇ ਘੁਸੇੜ ਦਿੱਤੇ ਆ, ਵਾਰ ਦਿੱਤੇ ਯੂਪੀ ਦੇ ਵਿੱਚ ਵੀ ਲੋਕਾਂ ਨੂੰ ਮੋਡੀਫਾਈ ਕਰੋ, ਜਿੱਦਾਂ ਮਰਜ਼ੀ ਕਰੋ। ਪੈਸਾ ਲੱਗਦਾ ਪੈਸਾ ਕਰੋ, ਦਾਰੂ ਦਾ ਦਾਰੂ ਲੱਗਦਾ, ਜੋ ਮਰਜ਼ੀ ਕਰੋ, ਉਹਨੂੰ ਮੋਡੀਫਾਈ ਕਰੋ ਤੁਸੀਂ ਇਸ ਪਾਸੇ। ਲੇਕਿਨ ਚਾਵਲਾ ਸਾਹਿਬ, ਮੈਂ ਤੁਹਾਨੂੰ ਇਹ ਦੱਸ ਦਿਆਂ, ਅੱਜ ਦੀ ਡੇਟ ਦੇ ਵਿੱਚ BJP ਦੇ ਖਿਲਾਫ ਲੜਾਈ ਕਿਸੇ ਪਾਰਟੀ ਦੀ ਨਹੀਂ ਜਾਏਗੀ। ਇਹ ਹੁਣ ਆਮ ਲੋਕਾਂ ਦੇ ਹੱਥ ਲੜਾਈ ਹੈਗੀ। ਆਮ ਲੋਕ ਨਹੀਂ ਚਾਹੁੰਦੇ BJP ਦੀ ਗੱਲ ਸਰਕਾਰ ਬਣੇ। ਇਹਨਾਂ ਹੱਥ ਖੰਡੇ ਯੂਪੀ 'ਚ ਹਰ ਪ੍ਰਕਾਰ ਦੇ ਵਰਤਨੇ ਆ। ਲੜਾਈ ਵੀ ਕਰਾਉਣੀ, ਜੇ ਵੀ ਪੋਲਰਾਈਜੇਸ਼ਨ ਕਰਨ ਵਾਸਤੇ ਮੁਸਲਮਾਨਾਂ ਦੀ ਹਿੰਦੂ ਲੜਾਈ ਕਰਾ ਦਿਓ, ਇਹ ਸਾਰੇ ਕੰਮ ਕਰ ਰਹੇ ਉੱਥੇ ਇਹਨਾਂ ਨੇ। ਤੇ ਲੇਕਿਨ ਫਿਰ ਵੀ ਜਿਸ ਤਰੀਕੇ ਦਾ ਮੋਰਚਾ ਚੱਲਣ ਡਿਆ, ਜੇ ਮੋਰਚਾ 'ਚ ਵੀ ਤਾਂ ਚੱਲ ਗਿਆ ਤੇ ਫਿਰ ਤੇ ਵਰਕਾ ਪਾੜ ਦੇਣ ਕਿ ਕਿਤੇ ਉੱਥੇ ਜਸਵੀ ਜਾਣਗੇ। ਚਲੋ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।